ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ। ਸਵਾਗਤ ਹੈ ਤੁਹਾਡਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰਾਂਗੇ ਕੁਝ ਖਾਸ ਖਬਰਾਂ ਤੇ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਮੋਦੀ ਸਰਕਾਰ ਦੇਵੇਗੀ ਸਭ ਤੋਂ ਵੱਡਾ ਰਾਹਤ ਪੈਕੇਜ। ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਮਿਲ ਸਕਦੀਆਂ ਨੇ ਨੌਕਰੀਆਂ। ਖੇਤੀਬਾੜੀ ਬਿੱਲਾਂ ਦੇ ਵਿਰੁੱਧ ਕਾਂਗਰਸ ਦੀ ਸੋਸ਼ਲ ਮੀਡੀਆ ਮੁਹਿੰਮ ਜਾਰੀ। ਰਾਹੁਲ ਗਾਂਧੀ ਬੋਲੇ, ਸਾਰੇ ਮਿਲ ਕੇ ਆਵਾਜ਼ ਚੁੱਕਣ। ਸਾਬਕਾ ਫੌਜੀਆਂ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਮਾਰੀ ਦਹਾੜ। ਕਿਸਾਨਾਂ ਦੇ ਨਾਲ ਪਟੜੀਆਂ ਤੇ ਬਹਿਣਗੇ ਹੁਣ ਸਾਬਕਾ ਫੌਜੀ। 42 ਸਾਲਾ ਕਿਸਾਨ ਨੇ ਕੀਤੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ। ਦਿਲਜੀਤ ਦੋਸਾਂਝ ਤੇ ਕਿਸਾਨਾਂ ਦੀ ਆੜ ਦੇ ਵਿੱਚ ਰਾਜਨੀਤੀ ਕਰਨ ਦੇ ਲੱਗੇ ਇਲਜ਼ਾਮ। ਦਿਲਜੀਤ ਨੇ ਇੱਕ ਪੋਸਟ ਜ਼ਰੀਏ ਦਿੱਤੇ ਸਾਰੇ ਜਵਾਬ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਕੋਰੋਨਾ ਦੌਰ ਦੇ ਵਿੱਚ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। ਉਸ ਨੂੰ ਲੀਹ ਤੇ ਲੈ ਕੇ ਆਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵੱਡਾ ਰਾਹਤ ਪੈਕੇਜ ਦਾ ਐਲਾਨ ਕਰ ਸਕਦੇ ਨੇ, ਜਿਹੜੇ ਕਿ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਲਾਗੂ ਵੀ ਹੋ ਜਾਵੇਗਾ। ਜਾਣਕਾਰੀ ਮੁਤਾਬਿਕ ਇਹ ਪੈਕੇਜ 35,000 ਕਰੋੜ ਰੁਪਏ ਦਾ ਹੋਵੇਗਾ। ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਦੇ ਵਿੱਚ ਲੋਕਡਾਊਨ ਲਗਾਇਆ ਗਿਆ ਸੀ, ਜਿਸ ਦੇ ਕਰਕੇ ਇਹ ਦੇਸ਼ ਦੀ ਅਰਥ ਵਿਵਸਥਾ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਹੈ। ਦੇਸ਼ ਦੀ GDP ਦੇ ਵਿੱਚ 23.9% ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਦੁਬਾਰਾ ਤੋਂ ਸਟੈਂਡ ਕਰਨ ਦੇ ਲਈ ਆਤਮ ਨਿਰਭਰ ਪੈਕੇਜ ਤੋਂ PM ਗਰੀਬ ਕਲਿਆਣ ਪੈਕੇਜ ਤੱਕ ਦੀ ਘੋਸ਼ਣਾ ਕਰ ਦਿੱਤੀ ਸੀ। ਹੁਣ ਕੇਂਦਰ ਸਰਕਾਰ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਦੇ ਲਈ ਰਾਜ ਕੋਸ਼ ਪ੍ਰੋਤਸਾਹਨ ਪੈਕੇਜ ਦੀ ਘੋਸ਼ਣਾ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕਰੇਗੀ। ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ 35,000 ਕਰੋੜ ਰੁਪਏ ਦਾ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰ ਸਕਦੀ ਹੈ, ਜਿਸ ਦਾ ਮੁੱਖ ਕੇਂਦਰ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਦੇ ਵਿੱਚ ਨੌਕਰੀਆਂ ਉੱਤੇ ਹੋਵੇਗਾ। ਇਸ ਸਾਲ ਦੇ ਵਿੱਚ ਸਰਕਾਰ 25 ਵੱਡੇ ਪੈਕੇਜ ਪ੍ਰੋਜੈਕਟ ਨੂੰ ਪੂਰਾ ਕਰਨਾ ਚਾਹੁੰਦੀ ਹੈ, ਜਿਸ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਸ ਰਾਹਤ ਪੈਕੇਜ ਦਾ ਐਲਾਨ ਦੁਸ਼ਹਿਰੇ ਤੋਂ ਪਹਿਲਾਂ ਹੋ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਸੁਧਾਰ ਬਿੱਲਾਂ ਨੂੰ ਲੈ ਕੇ ਜਿੱਥੇ ਦੇਸ਼ ਦਾ ਅੰਨਦਾਤਾ ਵਿਰੋਧ ਦੇ ਵਿੱਚ ਹੈ, ਉੱਥੇ ਹੀ ਕਿਸਾਨਾਂ ਨੂੰ ਸਿਆਸਤਦਾਨਾਂ ਦਾ ਵੀ ਸਾਥ ਮਿਲ ਰਿਹਾ ਹੈ। ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਕਾਂਗਰਸ ਨੇ ਖੇਤੀਬਾੜੀ ਸੰਬੰਧੀ ਬਿੱਲਾਂ ਵਿਰੁੱਧ ਸੋਸ਼ਲ ਮੀਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਕਾਂਗਰਸ ਨੇ ਖੇਤੀਬਾੜੀ ਸੰਬੰਧੀ ਬਿੱਲਾਂ ਵਿਰੁੱਧ ਸੋਸ਼ਲ ਮੀਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸੇ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਇਸ ਦੇ ਨਾਲ ਜੁੜਨ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਕਿਸਾਨਾਂ ਤੇ ਹੋ ਰਹੇ ਅਤਿਆਚਾਰ ਵਿਰੁੱਧ ਸਾਰਿਆਂ ਨੂੰ ਮਿਲ ਕੇ ਆਵਾਜ਼ ਚੁੱਕਣੀ ਚਾਹੀਦੀ ਹੈ। ਪਾਰਟੀ ਨੇ ਖੇਤੀਬਾੜੀ ਸੰਬੰਧੀ ਬਿੱਲਾਂ ਦੇ ਵਿਰੋਧ ਦੇ ਵਿੱਚ ਸਪੀਕ ਅਪ ਫॉर ਫਾਰਮਰਸ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਅਧੀਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਕਈ ਸੀਨੀਅਰ ਨੇਤਾਵਾਂ ਨੇ ਵੀਡੀਓ ਜਾਰੀ ਕਰਕੇ ਇਹਨਾਂ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਰਾਹੁਲ ਨੇ ਟਵੀਟ ਵੀ ਕੀਤਾ ਕਿ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜਾ ਰਹੇ ਅਤਿਆਚਾਰ ਅਤੇ ਸ਼ੋਸ਼ਣ ਵਿਰੁੱਧ ਆਓ ਨਾਲ ਮਿਲ ਕੇ ਆਵਾਜ਼ ਚੁੱਕੀਏ। ਆਪਣੀ ਵੀਡੀਓ ਦੇ ਮਾਧਿਅਮ ਦੇ ਨਾਲ ਇਸ ਮੁਹਿੰਮ ਦੇ ਨਾਲ ਜੁੜੀਏ। ਤੇ ਹੁਣ ਗੱਲ ਕਰਦੇ ਹਾਂ ਕੋਰੋਨਾ ਦੇ ਕਹਿਰ ਦੀ। ਦੇਸ਼ ਭਰ ਦੇ ਵਿੱਚ ਕੋਰੋਨਾ ਦੇ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ। ਬੀਤੇ 24 ਘੰਟਿਆਂ ਦੇ ਵਿੱਚ 85,000 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਤੇ ਇਹ ਸਿਲਸਿਲਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤੇ ਆਓ ਫਿਰ ਨਜ਼ਰ ਮਾਰਦੇ ਹਾਂ ਦੇਸ਼ ਭਰ ਦੇ ਅੰਕੜਿਆਂ ਦੇ ਉੱਤੇ। ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ। ਹਰ ਦਿਨ ਕੋਰੋਨਾ ਦੀ ਲਾਗ ਦਾ ਅੰਕੜਾ 90,000 ਨੂੰ ਪਾਰ ਕਰ ਰਿਹਾ ਹੈ। ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕਰੀਏ ਤਾਂ ਕੋਰੋਨਾ ਦੀ ਲਾਗ ਦੇ 92,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਨੇ, ਜਦੋਂ ਕਿ ਇਸੇ ਸਮੇਂ ਦੌਰਾਨ 1133 ਲੋਕਾਂ ਦੀ ਮੌਤ ਵੀ ਦਰਜ ਕੀਤੀ ਗਈ ਹੈ। ਦੇਸ਼ ਦੇ ਵਿੱਚ 93,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ। ਇਸ ਨਾਲ ਹੀ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਮੌਤਾਂ ਦਾ ਅੰਕੜਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਹੁਣ ਸਾਬਕਾ ਫੌਜੀ ਵੀ ਆਏ ਨੇ ਤੇ ਸਾਬਕਾ ਫੌਜੀਆਂ ਦੀ ਯੂਨੀਅਨ ਦੇ ਵੱਲੋਂ ਹੁਣ ਕਿਸਾਨ ਜਥੇਬੰਦੀਆਂ ਦਾ ਸਮਰਥਨ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਸਾਬਕਾ ਫੌਜੀਆਂ ਦੀ ਯੂਨੀਅਨ ਅੰਮ੍ਰਿਤਸਰ ਦੇ ਦੇਵੀਦਾਸਪੁਰ ਪਿੰਡ ਦੇ ਵਿੱਚ ਪਹੁੰਚੀਆਂ। ਉੱਥੇ ਕਿਸਾਨ ਜਥੇਬੰਦੀਆਂ ਰੇਲਵੇ ਟਰੈਕ ਦੇ ਉੱਤੇ ਪ੍ਰਦਰਸ਼ਨ ਕਰ ਰਹੀਆਂ ਸਨ ਤੇ ਹੁਣ ਸਾਬਕਾ ਫੌਜੀ ਵੀ ਕਿਸਾਨਾਂ ਦੇ ਨਾਲ ਰੇਲਵੇ ਟਰੈਕ ਦੇ ਉੱਤੇ ਬੈਠ ਕੇ ਪ੍ਰਦਰਸ਼ਨ ਕਰਨਗੇ। ਖੇਤੀਬਾੜੀ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਹਰ ਕੋਈ ਜਥੇਬੰਦੀ ਵੀ ਆ ਚੁੱਕੀ ਸੀ। ਉੱਥੇ ਹੀ ਹੁਣ ਐਕਸ ਸਰਵਿਸਮੈਨ ਯਾਨੀ ਕਿ ਸਾਬਕਾ ਫੌਜੀ ਵੀਰ ਵੀ ਹੁਣ ਕਿਸਾਨਾਂ ਦੇ ਹੱਕ ਵਿੱਚ ਆ ਖੜੇ ਹੋਏ ਨੇ। ਸਾਬਕਾ ਫੌਜੀਆਂ ਦੀ ਯੂਨੀਅਨ ਵੱਲੋਂ ਹੁਣ ਕਿਸਾਨ ਜਥੇਬੰਦੀਆਂ ਦਾ ਸਮਰਥਨ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਅੱਜ ਸਾਬਕਾ ਫੌਜੀਆਂ ਦੀ ਯੂਨੀਅਨ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਪਿੰਡ ਵਿੱਚ ਪਹੁੰਚ ਰਹੀ ਆ। ਉੱਥੇ ਹੀ ਕਿਸਾਨ ਜਥੇਬੰਦੀਆਂ ਰੇਲਵੇ ਟਰੈਕ ਤੇ ਪ੍ਰਦਰਸ਼ਨ ਕਰ ਰਹੀਆਂ ਤੇ ਹੁਣ ਸਾਬਕਾ ਫੌਜੀ ਵੀ ਕਿਸਾਨਾਂ ਦੇ ਨਾਲ ਰੇਲਵੇ ਟਰੈਕ ਤੇ ਬੈਠ ਕੇ ਪ੍ਰਦਰਸ਼ਨ ਕਰਨਗੇ। ਸੈਨਿਕ ਅੰਮ੍ਰਿਤਸਰ ਜ਼ੋਨ ਗਨਮੈਨ ਸਭਾ ਸਾਰੇ ਹੀ ਆਪਣੇ ਕਿਸਾਨ ਵੀਰਾਂ ਦੇ ਉੱਤੇ ਜੋ ਸੈਂਟਰ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕੀਤੇ ਗਏ ਆ, ਉਹਨਾਂ ਦੇ ਵਿਰੋਧ ਵਿੱਚ ਉਹ ਕਿਸਾਨਾਂ ਨੂੰ ਬਹੁਤ ਹੀ ਹਰਾਸਮੈਂਟ ਕਰਨ ਵਾਲੇ ਆ। ਇਸ ਕਰਕੇ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀ ਦੇ ਨਾਲ ਮੋਢਾ ਜੋੜ ਕੇ ਉਹਦਾ ਸਾਥ ਦੇ ਰਹੇ ਹਾਂ। ਜਿੱਥੋਂ ਤੱਕ ਹੋ ਸਕੇ
ਮਰਦੇ ਦਮ ਤੱਕ ਅਸੀਂ ਕਿਸਾਨ ਦੇ ਨਾਲ ਮੋਢਾ ਜੋੜ ਕੇ ਹੀ ਰਵਾਂਗੇ। ਜੇ ਕਿਤੇ ਕੋਈ ਸਾਨੂੰ ਆਪਣੇ ਕੁਰਬਾਨੀ ਦੇਣ ਦੀ ਲੋੜ ਪਈ ਆਪਣੇ ਕਿਸਾਨ ਭਰਾਵਾਂ ਵਾਸਤੇ ਤੇ ਅਸੀਂ ਕੁਰਬਾਨੀ ਦੇਣ ਨੂੰ ਵੀ ਤਿਆਰ ਹਾਂ, ਕਿਉਂਕਿ ਅਸੀਂ ਫੌਜੀ ਸੈਨਿਕ ਹਾਂ। ਸਾਰੀ ਉਮਰ ਅਸੀਂ ਬਾਰਡਰਾਂ ਦੇ ਉੱਤੇ ਕੱਟੀ ਆ ਆਪਣੇ ਦੇਸ਼ ਨੂੰ ਸ਼ਾਂਤੀਪੂਰਵਕ ਰੱਖਣ ਵਾਸਤੇ। ਅਸੀਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਲੇਕਿਨ ਹੁਣ ਜੇਕਰ ਸਾਡੇ ਕਿਸਾਨਾਂ ਦੇ ਉੱਤੇ ਆਫਤ ਆਈ ਆ ਤੇ ਅਸੀਂ ਉਹਨਾਂ ਦੇ ਨਾਲ ਹਰ ਦਮ ਪਰ ਹਰ ਮੋੜ ਪਰ ਖੜੇ ਆ। ਅਗਰ ਸਾਨੂੰ ਦਿੱਲੀ ਵੀ ਜਾਣਾ ਪਿਆ ਤੇ ਅਸੀਂ ਦਿੱਲੀ ਵੀ ਕੂਚ ਕਰਾਂਗੇ ਔਰ ਅੱਗੇ ਹੋ ਕੇ ਅਗਵਾਈ ਕਰਾਂਗੇ। ਸ਼ਹਾਦਤ ਦੇਣ ਦੀ ਲੋੜ ਪਈ ਤੇ ਕਿਸਾਨਾਂ ਦੇ ਹੱਕਾਂ ਵਾਸਤੇ ਅਸੀਂ ਸ਼ਹਾਦਤ ਵੀ ਦੇਣ ਨੂੰ ਤਿਆਰ ਹਾਂ। ਮੇਰੇ ਨਾਲ ਜਿੰਨੇ ਵੀ ਸਾਬਕਾ ਸੈਨਿਕ ਇੱਥੇ ਮੌਜੂਦ ਹਨ, ਅਸੀਂ ਸਮੂਹ ਕਿਸਾਨ ਵੀਰਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਆਖਰੀ ਦਮ ਤੱਕ ਤੁਹਾਡੇ ਨਾਲ ਹਾਂ। ਔਰ ਬਾਕੀ ਜੋ ਆਰਡੀਨੈਂਸ ਜੋ 3 ਬਿੱਲ ਪਾਸ ਕੀਤੇ ਹਨ, ਅਸੀਂ ਸਭ ਸਾਬਕਾ ਸੈਨਿਕ ਇਹਨਾਂ ਦਾ ਸਖਤ ਵਿਰੋਧ ਕਰਦੇ ਹਾਂ। ਔਰ ਬਾਕੀ ਜਨਤਾ ਨੂੰ, ਬਾਕੀ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਜੋ ਆਰਡੀਨੈਂਸ ਬਿੱਲ 3 ਪਾਸ ਕੀਤੇ ਹਨ, ਇਹ ਕੋਈ ਮਾਮੂਲੀ ਨਹੀਂ। ਇਹ ਸੈਂਟਰ ਸਰਕਾਰ ਦੀਆਂ ਕੁਝੀਆਂ ਸਾਜ਼ਿਸ਼ਾਂ ਹਨ ਇਸ ਪੰਜਾਬ ਨੂੰ ਬਰਬਾਦ ਕਰਨ ਵਾਸਤੇ, ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਵਾਸਤੇ, ਦੁਕਾਨਦਾਰਾਂ ਨੂੰ ਬਰਬਾਦ ਕਰਨ ਵਾਸਤੇ, ਆੜ੍ਹਤੀਆਂ ਨੂੰ ਔਰ ਛੋਟੇ ਵਰਗ ਦੇ ਲੋਕਾਂ ਨੂੰ ਬਰਬਾਦ ਕਰਨ ਵਾਸਤੇ ਕੁਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਕਰਕੇ ਮੈਂ ਮੋਦੀ ਸਰਕਾਰ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਜੇ ਅਸੀਂ ਦੇਸ਼ ਦੀਆਂ ਸਰਹੱਦਾਂ ਤੇ ਦੁਸ਼ਮਣ ਦੇ ਨਾਲ ਲੋਹਾ ਲੈ ਸਕਦੇ ਹਨ ਤਾਂ ਇੱਥੇ ਇਹ ਸਾਡੇ ਘਰ ਦੀ ਗੱਲ ਹੈ, ਸਾਡੇ ਕਿਸਾਨਾਂ ਦੀ ਗੱਲ ਹੈ। ਇਸ ਵਾਸਤੇ ਵੀ ਅਸੀਂ ਆਪਣੇ ਹੱਕਾਂ ਲਈ ਲੜਨ ਲਈ ਪੂਰੇ ਤਿਆਰ ਹਾਂ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਆਪਣਾ ਹੱਲਾ ਬੋਲ ਹੋਰ ਤੇਜ਼ ਕਰ ਦਿੱਤਾ ਗਿਆ। ਇਹ ਗੱਲ ਕਹਿਣ 'ਚ ਕੋਈ ਵੀ ਦੋ ਰਾਏ ਨਹੀਂ ਹੈ ਕਿ ਕੇਂਦਰ ਸਰਕਾਰ ਦਾ ਤਖਤ ਹਿਲਾਉਣ ਲਈ ਸਾਰਾ ਸੂਬਾ ਇਕਜੁੱਟ ਹੋ ਚੁੱਕਿਆ। ਹੁਣ ਦੇਖਣਾ ਹੋਵੇਗਾ ਕਿ ਇਹ ਰੋਸ ਦੀ ਲਹਿਰ ਕੀ ਕੇਂਦਰ ਸਰਕਾਰ ਦਾ ਫੈਸਲਾ ਬਦਲ ਸਕੇਗੀ। ਮਾਨਸਾ ਦੇ ਕਸਬਾ ਭੀਖੀ ਦੇ ਵਿੱਚ 11 ਸਾਲ ਪਹਿਲਾਂ ITBP ਦੇ ਵਿੱਚ ਭਰਤੀ ਹੋਏ ਜਵਾਨ ਜਸਵੰਤ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਸ਼ਹੀਦ ਪਿਛਲੇ 2 ਸਾਲ ਤੋਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਚੀਨ ਬਾਰਡਰ ਦੇ ਉੱਤੇ ਤੈਨਾਤ ਸੀ ਅਤੇ ਆਪਣੀ ਡਿਊਟੀ ਕਰਕੇ ਬਟਾਲੀਅਨ ਦੀ ਗੱਡੀ ਲੈ ਕੇ ਵਾਪਸ ਪਰਤ ਰਿਹਾ ਸੀ। ਉਸੇ ਦੌਰਾਨ ਗੱਡੀ 250 ਮੀਟਰ ਗਹਿਰੀ ਖਾਈ ਦੇ ਵਿੱਚ ਡਿੱਗ ਗਈ ਤੇ ਜਸਵੰਤ ਸਿੰਘ ਸ਼ਹੀਦ ਹੋ ਗਏ। ਜਵਾਨ ਜਸਵੰਤ ਸਿੰਘ ਦਾ ਅੰਤਿਮ ਸੰਸਕਾਰ ਗੁਹਾਟੀ ਦੇ ਵਿੱਚ ਹੀ ਕੀਤਾ ਜਾਵੇਗਾ। ਦੱਸ ਦਈਏ ਕਿ ਸ਼ਹੀਦ ਦੇ 2 ਛੋਟੇ ਬੱਚੇ ਨੇ। ਇਸ ਮੌਕੇ ਦੇ ਉੱਤੇ ਗੱਲਬਾਤ ਕਰਦਿਆਂ ਸ਼ਹੀਦ ਜਵਾਨ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਭਰਾ ਤੇ ਮਾਣ ਹੈ ਜਿਸ ਨੇ ਦੇਸ਼ ਦੀ ਸੇਵਾ ਕੀਤੀ ਹੈ। 11 ਸਾਲ ਉਹਨਾਂ ਦੀ ਨੌਕਰੀ ਹੋ ਗਈ ਸੀ ਫੌਜ ਦੇ ਵਿੱਚ ਤੇ ਕਈ ਵਾਰ ਛੁੱਟੀ ਆਉਂਦੇ ਸੀ, ਮਿਲਦੇ। ਮੈਂ ਇੱਕ ਸਰਵਿਸਮੈਨ ਹੈ, ਉਹਨਾਂ ਨਾਲ ਰਾਬਤਾ ਹੁੰਦਾ ਸੀ, ਬਹੁਤ ਚੰਗੇ ਸੁਭਾਅ ਦੇ ਸੀ। ਪਰ ਸ਼ਾਇਦ ਉਹਨਾਂ ਦੀ ਸਰਵਿਸ ਬਹੁਤ ਰਹਿੰਦੀ ਸੀ ਹਜੇ। ਉਹ ਸਦੇ ਵੀ ਉਹ ਵੀ ਪੈਨਸ਼ਨ ਦੇ ਸੁਪਨੇ ਲੈਂਦੇ ਸੀ, ਪੈਨਸ਼ਨ ਆਵਾਂਗੇ, ਘਰ-ਬਾਰ ਚਲਾਵਾਂਗੇ। ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹਨਾਂ ਦੀ ਚਾਈਨਾ ਬਾਰਡਰ ਦੇ ਉੱਤੇ ਸ਼ਹਾਦਤ ਹੋ ਗਈ, ਇੱਕ ਹਾਦਸਾ ਵਾਪਰ ਗਿਆ। ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਅਤੇ ਹੋਰ ਦੋਸਤ ਮਿੱਤਰ ਨੇ ਜਿਹੜੇ ਉਹ ਵੀ ਦੁੱਖ ਦੇ ਵਿੱਚ ਬਹੁਤ ਸ਼ਰੀਕ ਹੋਏ ਨੇ ਤੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ। ਪਰ ਉਹਨਾਂ ਦੀ ਸ਼ਹਾਦਤ ਦੇਸ਼ ਦੇ ਉੱਤੋਂ ਦੀ ਕੁਰਬਾਨ ਹੋਈ ਹੈ। ਦੇਸ਼ ਦੇ ਲੜਦੇ ਉਹ ਸ਼ਹੀਦ ਹੋਏ ਨੇ। ਚਾਈਨਾ ਬਾਰਡਰ ਦੇ ਉੱਤੇ ਲਗਭਗ ਮੈਨੂੰ ਲੱਗਦਾ 2 ਸਾਲ ਉਹਨਾਂ ਨੇ ਡਿਊਟੀ ਕੀਤੀ ਹੈ ਉੱਥੇ। ਇੰਡੀਅਨ ਤਿੱਬਤ ਪੁਲਿਸ ਦੇ ਵਿੱਚ ਉਹ ਹੈਗੇ ਸੀ ਤੇ ਲਗਾਤਾਰ ਉਹਨਾਂ ਦਾ ਰਾਬਤਾ ਰਹਿੰਦਾ ਸੀ ਉੱਥੇ। ਹੁਣ ਛੁੱਟੀ ਕੱਟ ਕੇ ਵੀ ਗਏ ਸੀ, ਦੁਬਾਰਾ ਉਹਨਾਂ ਨੇ ਛੁੱਟੀ ਆਉਣਾ ਸੀ ਤੇ ਇਹ ਹਾਦਸਾ ਵਾਪਰ ਗਿਆ। ਚਲੋ ਜੋ ਮਨਜ਼ੂਰ ਸੀ ਹੋਇਆ, ਪਰ ਸਾਨੂੰ ਸਾਡੇ ਇਲਾਕੇ ਨੂੰ ਪੂਰਾ ਮਾਣ ਹੈ ਉਹਨਾਂ ਦੀ ਸ਼ਹਾਦਤ ਉੱਤੇ। ਜਸਵੰਤ ਸਿੰਘ ਸੀ ਜੀ, ਮੇਰਾ ਬ੍ਰਦਰ ਸੀ ਵੱਡਾ ਤੇ ਇਹ 2008 ਦੇ ਵਿੱਚ ਭਰਤੀ ਹੋਈ ਸੀ ITBP ਪੁਲਿਸ ਦੇ ਵਿੱਚ। ਇਹ ਲੋਕਡਾਊਨ ਵੇਲੇ ਛੁੱਟੀ ਆਏ ਹੋਏ ਸੀਗੇ ਅਤੇ ਮਹੀਨੇ ਬਾਅਦ ਦੁਬਾਰਾ ਛੁੱਟੀ ਆਉਣਾ ਸੀ ਇਹਨਾਂ ਨੇ। ਤੇ ਕੱਲ੍ਹ ਇਹਨਾਂ ਦਾ ਉੱਥੇ ਪੋਸਟਾਂ ਤੋਂ ਆ ਰਹੇ ਸੀ ਡਿਊਟੀ ਤੋਂ, ਉੱਥੇ ਹਾਦਸਾ ਹੋ ਗਿਆ। ਉੱਥੇ ਇਹਨਾਂ ਦੀ ਫੋਨ ਆਇਆ ਸਾਨੂੰ 5 ਵਜੇ ਵੀ ਡੈਥ ਹੋ ਗਈ ਇਹਨਾਂ ਦੀ। ਹਾਂ, ਸਾਨੂੰ ਮਾਣ ਆ ਮੇਰੇ ਭਰਾ ਦੇ ਸਾਰੇ ਇਲਾਕੇ ਵਾਸੀਆਂ ਨੂੰ ਵੀ ਉਹਨਾਂ ਨੇ ਦੇਸ਼ ਵਾਸਤੇ ਸੇਵਾ ਕੀਤੀ। ਸਾਨੂੰ ਮਾਣ ਆ ਉਹਦੇ ਭਰਾ। ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਇੱਕ ਅਜਿਹਾ ਹੀ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਕਿਸਾਨ ਨੇ ਆਤਮ ਹੱਤਿਆ ਕਰ ਲਈ ਅਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਸਾਡੇ ਪੱਤਰਕਾਰ ਨੇ ਮ੍ਰਿਤਕ ਕਿਸਾਨ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਦੇਖੋ ਇਹ ਸਾਡੀ ਖਾਸ ਰਿਪੋਰਟ। ਜਿੱਥੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਲਗਾਤਾਰ ਹੀ ਪ੍ਰੋਟੈਸਟ ਕੀਤੇ ਜਾ ਰਹੇ ਹਨ, ਉੱਥੇ ਹੀ ਲਗਾਤਾਰ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸੇ ਤਰ੍ਹਾਂ ਦੀ ਘਟਨਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਰਾਜਾ ਸਾਂਸੀ ਦੇ ਪਿੰਡ ਹਰਸ਼ਾ ਸ਼ੀਨਾ ਦੀ ਹੈ, ਜਿੱਥੇ ਇੱਕ 45 ਸਾਲਾ ਨੌਜਵਾਨ ਵੱਲੋਂ ਕਰਜ਼ੇ ਹੇਠਾਂ ਕੇ ਖੁਦਕੁਸ਼ੀ ਕੀਤੀ ਗਈ। ਸਾਡੇ ਨਾਲ ਉਸ ਨੌਜਵਾਨ ਕਿਸਾਨ ਦੇ
ਭਰਾ ਨੇ ਗੱਲਬਾਤ ਕਰਾਂਗੇ। ਭਾਜੀ ਕੀ ਘਟਨਾ ਹੋਈ ਹੈ ਸਾਰੀ? ਭਾਈ ਮੇਰਾ ਨਾਮ ਗੁਰਜੀਤ ਸਿੰਘ ਹੈ, ਠੀਕ ਹੈ, ਸਨ ਆਫ ਕਰਮਜੀਤ ਸਿੰਘ। ਮੇਰੇ ਭਰਾ ਰਣਜੀਤ ਸਿੰਘ ਨੇ ਰਾਤੀ ਸੁਸਾਈਡ ਕਰ ਲਿਆ ਹੈ, ਜਿਸ ਦਾ ਕਾਰਨ ਉਹਦਾ ਡਿਪਰੈਸ਼ਨ ਵਿੱਚ ਆਉਣਾ, ਉਹਨੂੰ ਤੰਗ ਪਰੇਸ਼ਾਨ ਕਰਨਾ, ਕਦੀ ਉਹਨੂੰ ਝੂਠੀਆਂ ਧਮਕੀਆਂ ਦੇਣੀਆਂ, ਕਦੇ ਕੇਸ ਕਰਤਾ ਉਹਦੇ ਉੱਤੇ, ਜਾਂ ਮੇਰੇ ਤੇ ਦਰਖਾਸਤ ਦੇਤੀ। 2 ਦਿਨ ਹੋ ਗਏ ਆ, ਪਰਸੋਂ ਮੇਰੇ ਤੇ ਵੀ ਦਰਖਾਸਤ ਦਿੱਤੀ ਗਈ ਹੈ, ਜਿਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਉਹਨੇ ਮੈਨੂੰ ਪੈਸੇ ਦਿੱਤੇ ਆ, ਜਦ ਕਿ ਮੈਨੂੰ ਕੋਈ ਪੈਸਾ ਉਹਨੇ ਨਹੀਂ ਦਿੱਤਾ, ਕੋਈ ਸਬੂਤ ਨਹੀਂ ਹੈਗਾ ਇਸ ਗੱਲ ਦਾ। ਤੇ ਕਦੀ ਮੈਨੂੰ ਕਹਿੰਦੇ ਆ ਕਿ ਤੇਰਾ ਅਸੀਂ ਟਰੈਕਟਰ ਫੜ ਕੇ ਲੈ ਜਾਣਾ, ਤੇਰਾ ਤੂੰ ਸਾਨੂੰ ਪੈਸੇ ਨਹੀਂ ਦਿੰਦਾ, ਇਹੋ ਜਿਹੀਆਂ ਝੂਠੀਆਂ ਧਮਕੀਆਂ ਦੇ ਕੇ ਪਰੇਸ਼ਾਨ ਕਰਦੇ ਨੇ। ਕਿਸ ਤਰੀਕੇ ਨਾਲ ਉਹਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਤੇ ਕਿੰਨਾ ਦੋਸ਼ੀਆਂ ਦੀ ਤੁਸੀਂ ਗੱਲ ਕਰ ਰਹੇ ਹੋ? ਦੇਖੋ ਜੀ, ਇੱਕ ਤਾਂ ਦੋਸ਼ੀ ਹੈਗਾ ਹੈ ਜਗਰੂਪ ਸਿੰਘ, ਵਸਨੀਕ ਹਰਸ਼ਾਸ਼ੀ ਨੌਚਾ ਕਿਲਾ, ਸਨ ਆਫ ਗੁਰਮੀਤ ਸਿੰਘ। ਇੱਕ ਹੈਗਾ ਹੈ ਵਸਨੀਕ ਵਰਨਾਲੀ ਪਿੰਡ ਦਾ ਹੈ, ਉਹਦੀ ਕੁੱਕੜਾਂ ਵਾਲੇ ਆੜਤ ਹੈ, ਜਿਸ ਨੂੰ ਸਿੰਧੂ ਆੜਤੀਆ ਵੀ ਕਿਹਾ ਜਾਂਦਾ ਹੈ। ਇਹ ਦੋਵੇਂ ਆੜਤੀਏ ਸਨ? ਨਹੀਂ ਜੀ, ਇੱਕ ਤਾਂ ਆੜਤੀ ਹੈ, ਦੂਸਰਾ ਜਿਹੜਾ ਹੈ ਉਹ ਆੜਤੀਆ ਨਹੀਂ ਹੈ, ਉਹ ਸਾਡੇ ਪਿੰਡ ਦਾ ਵਸਨੀਕ ਹੀ ਹੈ ਸਿਰਫ। ਕਿੰਨੇ ਕੁ ਸਮੇਂ ਤੋਂ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਸੀ? ਪਿਛਲੇ 4-5 ਸਾਲ ਤੋਂ ਹੀ ਜਿਹੜਾ ਹੈ ਜਗਰੂਪ ਸਿੰਘ ਪਰੇਸ਼ਾਨ ਕਰ ਰਿਹਾ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਆੜਤੀ ਹੈ ਜਿਹੜਾ ਪਰੇਸ਼ਾਨ ਕਰਦਾ ਹੈ, ਨਾ ਤਾਂ ਉਸ ਨੂੰ ਕਦੀ ਅਸੀਂ ਫਸਲ ਹੀ ਸੁੱਟੀ ਹੈ, ਨਾ ਕਦੀ ਮੈਂ ਸੁੱਟੀ ਹੈ, ਤਾਂ ਉਹ ਇਸ ਨੂੰ ਪਰੇਸ਼ਾਨ ਕਰਦਾ ਪਿਆ ਸੀ ਕਿ ਤੂੰ ਮੈਨੂੰ ਆਪਣੀ ਫਸਲ ਨਹੀਂ ਸੁੱਟੀ ਜਾਂ ਤੂੰ ਮੇਰੇ ਪੈਸੇ ਨਹੀਂ ਮੋੜੇ ਤਾਂ ਮੈਂ ਤੇਰਾ ਟਰੈਕਟਰ ਖੋਹ ਲੈਣਾ ਹੈ। ਤੇ ਜਗਰੂਪ ਸਿੰਘ ਨਾ ਤਾਂ ਉਹ ਆੜਤੀ ਹੈ, ਉਹ ਜ਼ਿਆਦਾ ਪਰੇਸ਼ਾਨ ਕਰਦਾ ਹੈ, ਉਸਨੇ ਝੂਠਾ ਕੇਸ ਵੀ ਕੀਤਾ ਹੈ ਕਿ ਮੈਂ ਇਹਦੇ ਕੋਲ ਪੈਸੇ ਲੈ ਲਏ ਨੇ। ਤੇ ਜਦ ਕਿ ਮੈਂ ਮੇਰੇ ਭਰਾ ਨੇ ਇੱਕ ਵੀਡੀਓ ਸੁਸਾਈਡ ਨੋਟਿਸ ਤੇ ਇੱਕ ਵੀਡੀਓ ਸੈਂਡ ਕੀਤੀ ਹੈ ਆਪਣੇ ਮਰਨ ਤੋਂ ਪਹਿਲਾਂ, ਉਹਦੇ ਵਿੱਚ ਉਸਨੇ ਕਿਹਾ ਹੈ ਕਿ ਮੈਂ ਉਸ ਦੇ ਪੈਸੇ ਵਾਪਸ ਮੋੜ ਦਿੱਤੇ ਨੇ ਤੇ ਮੇਰੇ ਉਹ ਚੈੱਕ ਮੈਨੂੰ ਜਾਣ ਕੇ ਵਾਪਸ ਨਹੀਂ ਦੇ ਰਹੇ। ਚੈੱਕ ਕਿਸ ਚੀਜ਼ ਦੇ ਜਿਹੜੇ ਤੁਹਾਡੇ ਬ੍ਰਦਰ ਨੇ ਉਹਨਾਂ ਤੇ ਸਾਈਨ ਕੀਤੇ ਹੋਏ ਸੀ ਕੋਈ? ਨਹੀਂ, ਇਸ ਬਾਰੇ ਮੈਨੂੰ ਕੁਝ ਨਹੀਂ ਪਤਾ, ਸਿਰਫ ਉਹਨੇ ਜੋ ਸੁਸਾਈਡ ਨੋਟਿਸ ਦੇ ਵਿੱਚ ਲਿਖਿਆ ਹੈ ਮੈਂ ਤਾਂ ਉਹੀ ਤੁਹਾਨੂੰ ਦੱਸ ਰਿਹਾ ਹਾਂ। ਕੀ ਕਾਰਵਾਈ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਪੁਲਿਸ ਵੱਲੋਂ ਪਰਚਾ ਦਰਜ ਕੀਤਾ ਜਾ ਰਿਹਾ ਹੈ, 306 ਦਾ ਪਰਚਾ ਦਰਜ ਹੋਵੇਗਾ। ਤੇ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ, ਸਰਕਾਰ ਕੋ ਵੀ ਮੰਗ ਕਰਦਾ ਹਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ ਦੋਸ਼ੀਆਂ ਤੇ। ਜਿਹੜੇ ਬ੍ਰਦਰ ਸਨ ਪਰਿਵਾਰ ਦੇ ਪਿੱਛੇ ਕਿਹਨੂੰ ਛੱਡ ਕੇ ਗਏ? ਇੱਕ ਛੋਟਾ ਬੱਚਾ ਹੈ, ਇੱਕ ਛੋਟੀ ਗੁੜੀਆ ਹੈ। ਤਾਂ ਕਿਸ ਤਰੀਕੇ ਨਾਲ ਉਹਨਾਂ ਖੁਦਕੁਸ਼ੀ ਕੀਤੀ ਹੈ? ਉਹਨਾਂ ਆਪਣੀ ਖੁਦਕੁਸ਼ੀ ਜਿਹੜੀ ਹੈ, ਮੈਂ ਆਪਣੇ ਜਿਹੜੀ ਪਿੱਛੇ ਘਰ ਦੇ ਪਿੱਛੇ ਹਵੇਲੀ ਹੈ, ਉਸ ਦੇ ਅੰਦਰ ਗੋਦਾਮ ਦੀ ਛੱਤ ਦੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ। ਕੋਈ ਗੱਲ ਨਹੀਂ ਹੋਈ ਜੀ, ਬਿਲਕੁਲ ਠੀਕ ਠਾਕ। ਰਾਤੀ ਰੋਟੀ ਪਾਣੀ ਖਾਦਾ, ਰੱਜ ਕੇ ਸਾਡੇ ਨਾਲ ਹੱਸੇ ਖੇਡੇ ਆ ਜੀ। ਥੋੜੀ ਟੈਨਸ਼ਨ ਲੈਂਦੇ ਸੀ, ਕੋਈ ਪੈਸੇ ਥੋੜੇ ਬਹੁਤੇ ਦੇਣੇ ਦੋਣੇ ਸੀ, ਉਹ ਥੋੜਾ ਪਰੇਸ਼ਾਨ ਕਰਦੇ ਹੋਣਗੇ ਸ਼ਾਇਦ। ਕੌਣ ਪਰੇਸ਼ਾਨ ਕਰਦੇ ਸੀ? ਪਤਾ ਨਹੀਂ ਮੈਨੂੰ, ਕੋਈ ਜਾਣੇ ਹੈ ਹੀ ਜੋ ਪੈਸਿਆਂ ਵਾਲੇ ਕੋਈ, ਉਹਦਾ ਕਰਕੇ ਥੋੜੀ ਟੈਨਸ਼ਨ ਲੈਂਦੇ ਸੀ, ਪਰ ਸਾਨੂੰ ਨਹੀਂ ਕੋਈ ਗੱਲ ਦੱਸੀ ਉਹਨਾਂ ਨੇ। ਬਸ ਰਾਤੀ ਸੁੱਤੇ ਅਸੀਂ ਠੀਕ ਠਾਕ, ਕੋਈ ਮਨ 'ਚ ਗੱਲ ਨਹੀਂ ਹੈਗੀ। ਸਵੇਰੇ ਉੱਠੇ ਹਾਂ ਤੇ ਆ ਵੇਖ ਲਿਆ। ਤੁਹਾਡਾ ਕੀ ਨਾਮ? ਗਗਨਦੀਪ ਕੌਰ। ਤੁਹਾਨੂੰ ਕਿੰਨੇ ਕੋਈ ਨਾਲ ਪਤਾ ਲੱਗਿਆ ਜਿਹੜਾ ਬੋਲੋ ਇੱਕ ਬੰਦੇ ਆ ਚੁੱਕੇ ਹੈ, ਕੋਈ ਸੁਸਾਈਡ ਨੋਟ ਵੀ ਸੀ? ਮੈਨੂੰ ਨਹੀਂ ਟਾਈਮ ਦਾ ਪਤਾ ਭਾਜੀ। ਤੁਸੀਂ ਕੋਈ ਸੁਸਾਈਡ ਨੋਟ ਲਿਖਿਆ? ਪਤਾ ਨਹੀਂ, ਹੋਈ ਤੇ ਸੁਸਾਈਡ ਹੀ ਆ, ਪਰ ਮੈਨੂੰ ਨਹੀਂ ਪਤਾ ਕਦੋਂ। ਨੋਟਸ ਵੀ ਲਿਖਿਆ ਉਹਨਾਂ ਨੇ? ਨਹੀਂ, ਮੈਨੂੰ ਤੇ ਕਿਸੇ ਗੱਲ ਦਾ ਪਤਾ ਨਹੀਂ ਜੇ ਹੈਗਾ। ਮੈਂ ਤੇ ਸਵੇਰ ਦੀ ਰੋਈ ਜਾਣ ਦੀ ਜਿਹਨਾਂ ਲਾਗੇ ਬਹਿ ਕੇ। ਸਾਡੇ ਨਾਲ SHO ਨਰਿੰਦਰ ਸਿੰਘ ਨੇ ਗੱਲਬਾਤ ਕਰਾਂਗੇ। ਸਰ, ਕੀ ਮਾਮਲਾ ਹੈ ਕਿ ਕਿਸਾਨ ਵੱਲੋਂ ਜਿਹੜੀ ਖੁਦਕੁਸ਼ੀ ਕੀਤੀ ਗਈ ਹੈ? ਜਿਹਦਾ ਪੈਸਿਆਂ ਦਾ ਲੈਣ ਦੇਣ ਸੀ ਕਿਸੇ ਦੇ ਨਾਲ, ਜਿਹਦਾ ਕਿ ਇਹਨੇ ਪੈਸੇ ਕਿਸੇ ਬੰਦੇ ਕੋਲ ਹਦਾਰੇ ਲਏ ਸੀਗੇ ਤੇ ਕੁਝ ਆੜਤ ਦੇ ਵੀ ਪੈਸੇ ਦੇਣੇ ਸੀਗੇ। ਉਹਦੇ ਵਿੱਚ ਇਹਦਾ ਹੈਗਾ ਸੀ ਵੀ ਜਿਹੜਾ ਇਹਨੇ ਸੁਸਾਈਡ ਨੋਟ ਲਿਖਿਆ ਵੀ ਮੈਂ ਪੈਸੇ ਦੇਤੇ ਆ ਤੇ ਦੁਬਾਰਾ ਮੇਰੇ ਕੋਲ ਮੰਗ ਰਹੇ ਆ। ਇਹਦੇ ਵਿੱਚ ਦੂਸਰਾ ਮਾਮਲਾ, ਉਹਦੇ 'ਚ ਸੁਸਾਈਡ 'ਤੇ ਜਿਹੜੀ ਇਹਦੀ ਜਾਂਚ ਕਰ ਰਹੇ ਆ ਤੇ ਜਿਹੜੇ ਉਹਨਾਂ ਸੁਸਾਈਡ ਲਿਖਿਆ ਉਹਦੇ 'ਤੇ ਜਿਹੜਾ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ। ਸਰ, ਕਿਹੜੇ ਬੰਦਿਆਂ ਦਾ ਨਾਂ ਲਿਖਿਆ? ਜਗਰੂਪ ਸਿੰਘ ਹਰਸਾ ਸ਼ੀਨਾ ਦਾ, ਨੰਬਰ 2 ਤੇ ਆੜਤੀ ਆ ਛਿੰਦ, ਇਹ ਬਰਨਾਲੀ ਤੋਂ ਆ। ਦੋਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਦਿੱਤੀ ਗਈ। ਸੁਸਾਈਡ ਨੋਟ ਦੇ ਵਿੱਚ ਹੋਰ ਕੀ ਲਿਖਿਆ ਗਿਆ? ਬਸ ਇਹੀ ਉਹਨਾਂ ਲਿਖਿਆ ਵੀ ਮੈਂ ਇਹਨਾਂ ਦੇ ਕੋਲੋਂ ਪੈਸੇ ਲਏ ਸੀ, ਚੈੱਕ ਦਿੱਤੇ ਸੀ ਤੇ ਪੈਸੇ ਮੈਂ ਮੋੜ ਦਿੱਤੇ ਆ ਤੇ ਮੇਰੇ ਚੈੱਕ ਨਾਲ ਵਾਪਸ ਨਹੀਂ ਕੀਤੇ ਗਏ। ਇਸ ਮੁਤਲਕ ਅਦਾਲਤ ਦੇ ਵਿੱਚ ਵੀ ਕੇਸ ਚੱਲ ਰਿਹਾ ਤੇ ਬਾਕੀ ਜੋ ਸੁਸਾਈਡ ਉਹਨਾਂ ਦਾ ਸੁਸਾਈਡ ਦੇ ਆਧਾਰ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਗਈ ਹੈ, ਅਗਲੀ ਜਾਂਚ ਜਾਰੀ ਹੈ। ਸੋ ਕਿੰਨਾ ਕੁ ਕਰਜ਼ਾ ਸੀ ਇਸ ਕਿਸਾਨ ਦੇ ਉੱਤੇ? ਨਹੀਂ, ਅਜੇ ਕਰਜ਼ੇ ਦਾ ਸਾਨੂੰ ਨਹੀਂ ਪਤਾ, ਨਾ ਸਾਡੇ ਕੋਈ ਨੋਟਿਸ ਦੇ ਵਿੱਚ ਸਾਡੇ ਗੱਲ ਆਈ ਆ। ਇਹਦੇ ਜਿੱਦਾਂ ਗਾਂ ਅਗਲੀ ਕਾਰਵਾਈ ਕਰਾਂਗੇ, ਜਾਂਚ ਕਰਾਂਗੇ, ਉਹਦੇ ਸਾਹਮਣੇ ਜਿਸ ਤਰ੍ਹਾਂ ਆਪੋ ਆਪਣਾ ਪੱਖ ਰੱਖਣਗੇ। ਇਹਦੇ ਮ੍ਰਿਤਕ ਦੇ ਪਰਿਵਾਰ ਵੀ ਆ, ਉਹ ਵੀ ਆ, ਬਾਕੀ ਉਹਨਾਂ ਦੀ ਗ੍ਰਿਫਤਾਰੀ ਹੋਏਗੀ, ਸਾਰੀ ਗੱਲ ਸਾਹਮਣੇ ਆਏਗੀ। ਤੁਹਾਡੇ ਵੱਲੋਂ ਕੀ ਮਾਮਲਾ ਦਰਜ ਕੀਤਾ ਗਿਆ? ਸਾਡੇ ਵੱਲੋਂ ਜਿਹੜਾ ਮੁਕੱਦਮਾ ਅੰਡਰ ਸੈਕਸ਼ਨ 306 ਦੇ ਤਹਿਤ IPC ਮੁਕੱਦਮਾ ਦਰਜ ਕੀਤਾ ਗਿਆ। ਕਿੰਨੇ ਬੰਦਿਆਂ ਦੀ ਸਰ ਅਰੈਸਟ ਪਈ ਇਹਦੇ ਵਿੱਚ? ਨਹੀਂ, ਅਰੈਸਟ ਨਹੀਂ, ਅਜੇ ਮੁਕੱਦਮਾ ਦਰਜ ਹੀ ਹੋਇਆ, ਬਾਕੀ ਜਲਦੀ ਤੋਂ ਜਲਦੀ ਅਰੈਸਟ ਕਰ ਦਿਆਂਗੇ।
ਸੋ ਧੰਨਵਾਦ। ਇਹ ਸਨ SHO ਰਾਜਾਸਾਸੀ ਨਰਿੰਦਰ ਸਿੰਘ, ਜਿਨ੍ਹਾਂ ਵੱਲੋਂ 306 ਦਾ ਕਿਸਾਨ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਜਨਾਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਤੇ ਨਸ਼ੇ ਦੇ ਵਿਰੁੱਧ ਵਿੱਢੀ ਮੁਹਿੰਮ ਦੇ ਵਿੱਚ ਕਾਰਵਾਈ ਕਰਦੇ ਹੋਏ ਨਾਜਾਇਜ਼ ਤਰੀਕੇ ਦੇ ਨਾਲ ਚੱਲ ਰਹੀ ਸ਼ਰਾਬ ਦੇ ਠੇਕੇ ਦਾ ਪਰਦਾਫਾਸ਼ ਕੀਤਾ। ਇਸ ਦੇ ਨਾਲ ਇੱਕ ਹੋਰ ਸਫਲਤਾ ਪ੍ਰਾਪਤ ਕਰਦੇ ਹੋਏ ਨਾਕੇਬੰਦੀ ਦੌਰਾਨ ਗੱਡੀ ਦੇ ਵਿੱਚੋਂ 2350 ਨਸ਼ੀਲੀਆਂ ਗੋਲੀਆਂ ਸਮੇਤ 3 ਲੋਕਾਂ ਨੂੰ ਵੀ ਕਾਬੂ ਕੀਤਾ। ਇਸ ਦੇ ਸਬੰਧ ਦੇ ਵਿੱਚ DSP ਅਜਨਾਲਾ ਵਿਪਨ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। SSP ਸਾਹਿਬ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੇ ਤਹਿਤ ਅਸੀਂ ਕਾਫੀ ਦਿਨਾਂ ਤੋਂ ਇੱਕ ਨਸ਼ਾ ਵੇਚਣ ਵਾਲੇ ਜਿਹੜੇ ਲੋਕ ਸੀ ਉਹਨਾਂ ਦੀ ਅਸੀਂ ਟਰੈਕਿੰਗ ਕਰ ਰਹੇ ਸੀਗਾ। ਕੱਲ੍ਹ ਸਾਈ ਮੰਦਰ ਅਜਨਾਲਾ ਦੇ ਲਾਗੇ ਅਸੀਂ ਨਾਕਾ ਲਗਾਇਆ ਹੋਇਆ ਸੀ, ਜਿੱਥੇ ਇੱਕ ਆਲਟੋ ਕਾਰ ਜਿਹੜੀ ਸਾਡੀ ਇਨਫੋਰਮੇਸ਼ਨ ਦੇ ਤਹਿਤ ਉਹਨੂੰ ਅਸੀਂ ਰੋਕ ਕੇ ਉਸ ਵਿੱਚੋਂ ਜਿਹੜੇ 3 ਗੁਰਦਿਆਲ ਸਿੰਘ ਰੈਜ਼ੀਡੈਂਟ ਆਫ ਮਾਂਜੀ ਮੀਆਂ, ਗੁਰਿਕਬਾਲ ਸਿੰਘ ਅਤੇ ਦਲਜੀਤ ਸਿੰਘ ਦੋਨੇ ਸਕੇ ਭਰਾ ਨੇ, ਇਹ ਅਜਨਾਲੇ ਦੇ ਰਹਿਣ ਵਾਲੇ ਨੇ। ਇਹਨਾਂ ਦੋਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਔਰ ਇਹਨਾਂ ਦੀ ਜਿਹੜੀ ਤਲਾਸ਼ੀ ਦੇ ਦੌਰਾਨ ਇਹਨਾਂ ਕੋਲੋਂ 2350 ਇੰਟੌਕਸੀਕੈਂਟ ਟੈਬਲੇਟਸ ਜਿਹੜੀਆਂ ਮਿਲੀਆਂ ਨੇ, ਜਿਨ੍ਹਾਂ ਦੇ ਖਿਲਾਫ NDPS ਐਕਟ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਔਰ ਇਹਨਾਂ ਦੇ ਅੱਗੋਂ ਹੋਰ ਪੁੱਛਗਿੱਛ ਜਾਰੀ ਹੈ। ਜਿਵੇਂ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਹੋਣਗੇ, ਖੁਲਾਸੇ ਹੋਣਗੇ, ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਹ ਪਤਾ ਲੱਗਾ ਕਿੱਥੋਂ ਲੈ ਕੇ ਆਉਂਦੇ ਸੀ ਨਸ਼ੀਲੇ? ਇਹ ਸਾਰਾ ਇਹਨਾਂ ਦਾ ਫਾਰਵਰਡ ਔਰ ਬੈਕ ਜਿਹੜੇ ਲਿੰਕਸ ਹੈਗੇ ਨੇ ਉਹਨਾਂ ਬਾਰੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਫਿਲਹਾਲ ਪ੍ਰੀਲਿਮਿਨਰੀ ਸਟੇਜ ਤੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਦੂਸਰਾ ਮਾਮਲਾ ਜਿਹੜਾ ਹਾਂਜੀ ਸਰ, ਦੂਸਰਾ ਸਰ ਨਜਾਇਜ਼ ਠੇਕਾ। ਇਸ ਤੋਂ ਇਲਾਵਾ ਇਹ ਸਾਰੇ ਜਿਹੜੇ ਦੋਨੋਂ ਆਪਰੇਸ਼ਨ ਨੇ ਇਹਨਾਂ ਦੀ ASP ਸਾਹਿਬ ਸ਼੍ਰੀ ਮਨਿੰਦਰ ਸਿੰਘ IPS ਜਿਹੜੇ ਨੇ ਉਹ ਸੁਪਰਵਾਈਜ਼ ਕਰ ਰਹੇ ਸੀ। ਉਹਨਾਂ ਦੀ ਇਨਫੋਰਮੇਸ਼ਨ ਦੇ ਤਹਿਤ ਜਗਦੇਵ ਖੁਰਦ ਪਿੰਡ ਦੇ ਵਿੱਚ ਇੱਕ ਨਜਾਇਜ਼ ਜਿਹੜਾ ਠੇਕਾ ਹੈਗਾ ਉਹ ਖੁੱਲ੍ਹਿਆ ਹੋਇਆ ਸੀ ਔਰ ਉੱਥੇ ਜਦੋਂ ਇਹਨਾਂ ਨੇ ਰੇਡ ਕੀਤਾ ਤੇ ਉੱਥੋਂ ਮੰਗਾ ਰੈਜ਼ੀਡੈਂਟ ਆਫ ਚੱਕਬਾਲਾ ਨੂੰ ਅਰੈਸਟ ਕੀਤਾ ਤੇ ਉਹਦੇ ਜਿਹੜੀ ਹੈਗੀ ਆ ਉਹ ਸ਼ਾਪ 293 ਜਿਹੜੀਆਂ ਬੋਟਲਸ ਨੇ ਉਹ ਅੰਗਰੇਜ਼ੀ ਔਰ ਵਿੱਚ ਕੁਝ ਦੇਸੀ ਨੇ ਉਹ ਅਸੀਂ ਰਿਕਵਰ ਕੀਤੀਆਂ ਨੇ। ਇਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਟੋਟਲ ਕਿੰਨੇ ML ਹੈਗੀ ਆ? ML ਦੇ ਵਿੱਚ ਇਹਨਾਂ ਨੂੰ ਕਰ ਸਕਦੇ ਹਾਂ ਆਪਾਂ, ਬਟ 293 ਬੋਟਲਸ ਨੇ ਇਹ। ਇਸ ਤੋਂ ਇਲਾਵਾ ਹੋਰ ਵੀ ਕੋਈ ਸਰ ਨਜਾਇਜ਼ ਠੇਕਿਆਂ ਦੀ ਕਾਰਵਾਈ ਕੀਤੀ ਜਾਵੇਗੀ? ਨਹੀਂ, ਦੇਖੋ ਇਹ ਸਾਡੇ ਆਪਰੇਸ਼ਨ ਚੱਲਦੇ ਰਹਿੰਦੇ ਆ। ਜਿਵੇਂ ਸਾਨੂੰ ਕਿਤੇ ਪਤਾ ਲੱਗਦਾ, ਕੋਈ ਇਨਫੋਰਮੇਸ਼ਨ ਮਿਲਦੀ ਹੈ, ਅਸੀਂ ਉਸੇ ਟਾਈਮ ਉੱਥੇ ਜਿਹੜਾ ਐਕਸ਼ਨ ਕਰਦੇ ਹਾਂ। ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕਰਕੇ ਉਹਨਾਂ ਦਾ ਸਮਰਥਨ ਕਰ ਰਹੇ ਨੇ। ਇਸ ਦੇ ਚੱਲਦਿਆਂ ਇੱਕ ਟਵਿੱਟਰ ਯੂਜ਼ਰ ਨੇ ਦਿਲਜੀਤ ਦੋਸਾਂਝ ਤੇ ਰਾਜਨੀਤੀ ਦੀ ਤਿਆਰੀ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਦਾ ਖੁਦ ਦਿਲਜੀਤ ਦੋਸਾਂਝ ਨੇ ਵੀ ਜ਼ਬਰਦਸਤ ਢੰਗ ਦੇ ਨਾਲ ਜਵਾਬ ਦਿੱਤਾ ਹੈ। ਦਿਲਜੀਤ ਦੋਸਾਂਝ ਨੇ ਯੂਜ਼ਰ ਨੂੰ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਰਾਜਨੀਤੀ ਓਏ ਹਰ ਗੱਲ 'ਚ ਰਾਜਨੀਤੀ, ਬਸ ਕਰੋ ਅਤੇ ਸ਼ਰਮ ਕਰੋ। ਦਿਲਜੀਤ ਦੋਸਾਂਝ ਦਾ ਇਹ ਟਵੀਟ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਇਰਲ ਹੋਇਆ ਤੇ ਨਾਲ ਹੀ ਲੋਕ ਇਸ ਤੇ ਜ਼ਬਰਦਸਤ ਟਿੱਪਣੀਆਂ ਵੀ ਕਰ ਰਹੇ ਨੇ। ਦਿਲਜੀਤ ਦੋਸਾਂਝ ਤੇ ਰਾਜਨੀਤੀ ਦੇ ਵਿੱਚ ਸ਼ਾਮਿਲ ਹੋਣ ਦਾ ਦੋਸ਼ ਲਗਾਉਂਦੇ ਹੋਏ ਯੂਜ਼ਰ ਨੇ ਕਿਹਾ ਸੀ, ਭਾਜੀ ਲੱਗ ਤਾਂ ਇਹ ਰਿਹਾ ਕਿ ਕਿਸਾਨਾਂ ਦੀ ਆੜ ਦੇ ਵਿੱਚ ਤੁਸੀਂ ਵੀ ਰਾਜਨੀਤੀ ਕਰ ਰਹੇ ਹੋ। ਇਸ ਤੇ ਦਿਲਜੀਤ ਦੋਸਾਂਝ ਨੇ ਯੂਜ਼ਰ ਨੂੰ ਢੁਕਵਾਂ ਜਵਾਬ ਦਿੱਤਾ, ਹਾਂ ਸਾਰਾ ਪੰਜਾਬ ਜੋ ਸੜਕਾਂ ਤੇ ਆ ਗਿਆ ਉਹ ਰਾਜਨੀਤੀ ਦੀ ਹੀ ਤਿਆਰੀ ਕਰ ਰਿਹਾ ਹੈ। ਹੱਦ ਹੈ, ਅਕਲ ਨੂੰ ਹੱਥ ਮਾਰ ਲਓ, ਕੋਈ ਹਰ ਗੱਲ ਤੇ ਰਾਜਨੀਤੀ ਓਏ ਬਸ ਕਰੋ, ਥੋੜੀ ਬਹੁਤੀ ਸ਼ਰਮ ਕਰ ਲਓ। ਦਿਲਜੀਤ ਦੋਸਾਂਝ ਨੇ ਪਹਿਲਾਂ ਵੀ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਢੁਕਵਾਂ ਜਵਾਬ ਦਿੱਤਾ ਹੈ। ਦੱਸਦੇ ਕਿ ਇਕੱਲੇ ਦਿਲਜੀਤ ਦੋਸਾਂਝ ਹੀ ਨਹੀਂ ਬਲਕਿ ਹੋਰ ਪੰਜਾਬੀ ਸਿਤਾਰੇ ਵੀ ਕਿਸਾਨਾਂ ਦੇ ਹੱਕ ਦੇ ਲਈ ਸੜਕਾਂ ਦੇ ਉੱਤੇ ਉਤਰੇ ਸਨ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਵੀ ਇੱਕ ਦਿਓ ਸਕਾਈ ਨਿਊਜ਼ ਪੰਜਾਬ।